किस बिद लई आज़ादी। लेखक सरदार हरचंद सिंह बागड़ी। वाचक अमरजीत सिंह। कुछ लेखकों वालों इस महाकाव्य बारे विचार। सुरजीत कलसी कैनेडा लिखते ने, पंजाब के इतिहास विच महापुरखों अते सूरबीरां वालों कीते कारनामे, कुर्बानियां अते बलिदानां दी लंबी दास्तान नूं बयानदा है महाकाव्य किस बिद लई आज़ादी अपने आप विच एक परपक्क अते पुख्ता शिलालेख है। BC के प्रसिद्ध शायर हरचंद सिंह बागड़ी ने 5-6 सालों की लंबी घरना पिछों 1675 तो 1839 ईस्वी के सिख इतिहास नूं बैंत छंद विच कलमबद्ध करके एक बहुत ही उमदा ਸਾਹਿਤਕ रचना पेश की है। सुरजीत कलसी कैनेडा। इस बारे सरदार तरलोचन सिंह चंडीगढ़ तो लिखते हैं, जो इस पुस्तक के पबलिशर भी ने। हरचंद सिंह बागड़ी का महाकाव्य किस बिद लई आज़ादी समर्पित है सूरबीरां ते देश भगतां दीआं कुर्बानियां नूं, जिन्हां देश की आज़ादी लई जानां वारियां। इस तो पहलां बागड़ी होरां दीआं 11 पुस्तकां कविता दीआं छप चुकियां हन ते इस वार इस 448 पन्नियां दा ये महाकाव्य लैके उन्हां हाज़री लवाई है। ये महाकाव्य पंजाबी पाठकों ते सिख प्रेमियों लई एक बेशकीमती तोहफा है। उम्मीद करदा हाँ कि पाठक इस नूं भरमां hungaरा देणगे। समर्पण। उन्हां सारे सूरबीरां अते देश भगतां नूं जिन्हां ने देश अते कौम लई आज़ादी दे घोल विच अपना सब कुछ वार के तनो मनो धनो सेवा निभाई अते आज़ादी दी जोत नूं जगदे रखिया। जुल्म अते जबर नूं जड़ों पुट के एक आज़ाद अते निरपक्ष राज कायम कीता। वेख पढ़ के किस्सा कुर्बानियां दा जो देश दे लई कुर्बान होया। किस बिद लई आज़ादी ओह उसे तरह बयान होया। लंबी सूची शहीदां सिदकियां दी साल सैकड़े खूनी कसमान होया। हरचंद सिंघा वाच के वेख वरके आज़ाद सौखा नहीं हिंदो सतान होया। आज़ाद सौखा नहीं हिंदो सतान होया। भूमिका। मानयोग पाठक जीओ, जो पुस्तक तुसी पढ़न जा रहे हो ये आप नूं कई सदियां पिछे लै जावेगी। साडे महापुरखां अते सूरबीरां दे जी कीते कारनामे, कुर्बानियां, सिरड़ सिदक, युद्धां अते बलिदानां दी लंबी कहानी ते अतीत दर्शन कराएगी। इस विचों कुछ तुसी पहिलां पढ़िया सुनिया होवेगा, पर ਇਹ पुस्तक ਤੁਹਾਨੂੰ ਉਂਗਲੀ ਫੜ ਕੇ ਉਹਨਾਂ ਰਾਵਾਂ ਅਤੇ ਥਾਵਾਂ ਤੇ ਲੈ ਜਾਏਗੀ ਜਿੱਥੇ ਤੁਸੀਂ ਸ਼ਾਇਦ ਨਾ ਗਏ ਹੋਵੋ। ਹਰ ਘਟਨਾ ਨੂੰ ਸੌਖੇ ਅਤੇ ਕਾਵਿਕ ਸ਼ਬਦਾਂ ਵਿੱਚ ਬਿਆਨ ਦੀ ਚਲਦੀ ਜਾਏਗੀ, ਜਿਵੇਂ ਸਾਡੀਆਂ ਦਾਦੀਆਂ ਤੇ ਮਾਵਾਂ ਸਾਨੂੰ ਕਹਾਣੀਆਂ ਸੁਣਾਉਂਦੀਆਂ ਹਨ। ਉਸ ਸਮੇਂ ਦੀ ਸਰਕਾਰ ਦੇ ਜ਼ੁਲਮ ਅਤੇ ਜ਼ਬਰ, ਸਿਦਕਵਾਨਾਂ ਦਾ ਸਿਰੜ ਅਤੇ ਬਲੀਦਾਨ ਥਾਂ ਥਾਂ ਤੇ ਨਜ਼ਰ ਆਏਗਾ। ਜਿਉਂ-ਜਿਉਂ ਤੁਸੀਂ ਸਿਦਕਵਾਨਾਂ ਦੇ ਸਿਦਕ ਅਤੇ ਸੂਰਮਗਤੀ ਨੂੰ ਪੜ੍ਹਦੇ ਅਤੇ ਵੇਖਦੇ ਜਾਓਗੇ, ਉਤਨਾ ਹੀ ਤੁਹਾਡੇ ਵਿੱਚ ਸਿਦਕ, ਭਰੋਸਾ ਅਤੇ ਬਲ ਆਉਂਦਾ ਜਾਏਗਾ, ਜਿਸ ਨਾਲ ਤੁਸੀਂ ਸਰੀਰਕ ਤੌਰ 'ਤੇ ਅਤੇ ਆਤਮਿਕ ਤੌਰ 'ਤੇ ਬਲਵਾਨ ਹੁੰਦੇ ਜਾਓਗੇ। ਤੁਹਾਨੂੰ ਆਪਣੇ ਆਪ 'ਤੇ ਅਤੇ ਆਪਣੇ ਪੁਰਖਿਆਂ 'ਤੇ ਮਾਣ ਹੁੰਦਾ ਜਾਏਗਾ। ਨਿਤ ਦਿਨ ਦੇ ਛੋਟੇ ਵੱਡੇ ਫਿਕਰ, ਤੰਗੀਆਂ, ਤੁਰਸ਼ੀਆਂ, ਅਧੂਰੀਆਂ ਲੋੜਾਂ, ਇੱਛਾਵਾਂ, ਜ਼ਹਿਮਤਾਂ ਅਤੇ ਈਰਖਾ ਦੀ ਦਲਦਲ ਵਿੱਚੋਂ ਆਪਣੇ ਆਪ ਬਾਹਰ ਆ ਜਾਓਗੇ। ਬਿਲਕੁਲ ਉਸੇ ਤਰ੍ਹਾਂ ਜਿਵੇਂ ਉੱਚੀ ਥਾਂ 'ਤੇ ਖੜ੍ਹ ਜਾਣ ਕਰਕੇ ਹੜ੍ਹ ਦਾ ਬੇਮੁਹਾਰ ਅਤੇ ਅਥਰਾ ਪਾਣੀ ਆਪ ਦਾ ਕੁਝ ਨਹੀਂ ਵਿਗਾੜ ਸਕਦਾ, ਆਪ ਨੂੰ ਰੋੜ ਨਹੀਂ ਸਕਦਾ। ਜਿਸ ਤਰ੍ਹਾਂ ਸਦਾਬਹਾਰ ਬੂਟੇ ਅਤੇ ਰੁੱਖ ਪਤਝੜਾਂ ਵਿੱਚ ਜਾਂ ਪੈਂਦੀਆਂ ਬਰਫਾਂ ਵਿੱਚ ਹਰੇ ਭਰੇ ਰਹਿੰਦੇ ਹਨ, ਉਹ ਧਰਤੀ ਵਿੱਚੋਂ ਇਹੋ ਜਿਹਾ ਪਦਾਰਥ ਪਾ ਲੈਂਦੇ ਹਨ ਜੋ ਰੁੱਤ ਦਾ ਮੁਕਾਬਲਾ ਕਰਨ ਦੇ ਯੋਗ ਬਣਾ ਦਿੰਦਾ ਹੈ। ਇਸੇ ਤਰ੍ਹਾਂ ਇਨਸਾਨ ਜਦ ਸੂਰਮਿਆਂ ਦਾ ਸਿਰੜ ਅਤੇ ਸਿਦਕ ਪੜ੍ਹਦਾ ਜਾਂ ਸੁਣਦਾ ਹੈ, ਉਸ ਵਿੱਚ ਸਹਿਣਸ਼ੀਲਤਾ, ਦਲੇਰੀ ਉਤਪੰਨ ਹੋ ਜਾਂਦੀ ਹੈ। ਉਹ ਆਪਣੀ ਸੋਚ ਅਤੇ ਇਰਾਦੇ ਨੂੰ ਦ੍ਰਿੜ ਕਰ ਲੈਂਦਾ ਹੈ। ਉਹ ਹਰ ਮੁਸ਼ਕਲ ਵਿੱਚ ਜੇਤੂ ਰਹਿੰਦਾ ਹੈ। ਮੁਸ਼ਕਲ ਨੂੰ ਭਾਵੇਂ ਜਿੱਤ ਨਹੀਂ ਸਕਦਾ,
ਪਰ ਉਹ ਉਸ ਤੋਂ ਹਾਰ ਵੀ ਨਹੀਂ ਮੰਨਦਾ। ਹਾਰ ਨਾ ਮੰਨਣਾ ਜਿੱਤ ਦੇ ਬਰਾਬਰ ਹੁੰਦਾ ਹੈ। ਜੋ ਕੌਮਾਂ ਮੁਸ਼ਕਲਾਂ ਵਿੱਚੋਂ ਲੰਘਦੀਆਂ ਹਨ ਉਹ ਕੁਦਰਤੀ ਤੌਰ 'ਤੇ ਬਲਵਾਨ ਹੋ ਜਾਂਦੀਆਂ ਹਨ। ਜੋ ਲੋਕ ਆਰਾਮਦੇਹ ਅਤੇ ਸੌਖੇ ਹੋ ਜਾਂਦੇ ਹਨ ਉਹਨਾਂ ਦੇ ਇਰਾਦੇ, ਚਰਿੱਤਰ ਅਤੇ ਸਿਹਤ ਗਿਰਾਵਟ ਵੱਲ ਨੂੰ ਮੋੜਾ ਖਾ ਜਾਂਦੇ ਹਨ। ਉਸਾਰੂ ਅਤੇ ਤੰਦਰੁਸਤ ਸਾਹਿਤ ਪਾਠਕ ਨੂੰ ਚੜ੍ਹਦੀ ਕਲਾ ਵੱਲ ਲੈ ਜਾਂਦਾ ਹੈ ਅਤੇ ਚੰਗੀ ਸਿਹਤ ਦਿੰਦਾ ਹੈ। ਲੱਚਰ ਅਤੇ ਪਲੀਤ ਸਾਹਿਤ ਸਾਡੀ ਸੋਚ ਅਤੇ ਸਿਹਤ ਨੂੰ ਬਿਮਾਰ ਕਰਕੇ ਰੋਗੀ ਬਣਾ ਦਿੰਦਾ ਹੈ। 10ਵੇਂ ਜਗਤ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੌਮ ਦੇ ਠਰੇ ਅਤੇ ਡਰੇ ਖੂਨ ਨੂੰ ਸਾਹਿਤ ਦਾ ਸੇਕ ਦੇ ਕੇ ਗਰਮਾਇਆ ਅਤੇ ਮੁਰਦਾ ਹੋਈ ਕੌਮ ਨੂੰ ਮੁੜ ਤੋਂ ਜਿਵਾਇਆ। ਤਿਆਰ ਬਰਤਿਆਰ ਅਤੇ ਬਲਵਾਨ ਕਰਕੇ 7-8 ਸਦੀਆਂ ਦੇ ਜ਼ੁਲਮੀ ਅਤੇ ਜਾਬਰੀ ਰਾਜ ਦੇ ਬਰਾਬਰ ਖੜਾ ਕਰਕੇ ਉਸ ਦਾ ਅੰਤ ਕੀਤਾ। ਪ੍ਰਸੰਗ ਭਾਈ ਜੈਤਾ ਜੀ ਤੋਂ ਸ਼ੁਰੂ ਹੁੰਦਾ ਹੈ। ਉਹ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਿੱਲੀ ਤੋਂ ਆਨੰਦਪੁਰ ਲੈ ਕੇ ਆਉਂਦੇ ਹਨ। ਬਾਲ ਗੁਰੂ ਗੋਬਿੰਦ ਰਾਏ ਜੀ ਇਹ ਸਭ ਕੁਝ ਅੱਖੀਂ ਵੇਖਦੇ ਹਨ। ਔਰੰਗਜ਼ੇਬ ਦਾ ਅਣਮਨੁੱਖੀ ਜ਼ਬਰ, ਜ਼ੁਲਮ ਅਤੇ ਵਰਤਾਓ ਉਹਨਾਂ ਨੂੰ ਸੋਚਣ ਲਈ ਮਜਬੂਰ ਕਰ ਦਿੰਦਾ ਹੈ। ਉਸ ਸਮੇਂ ਇੱਕ ਮਹਾਨ ਪਿਤਾ ਆਪਣੇ ਬਾਲ ਸੁਪੁੱਤਰ ਨੂੰ ਆਪਣੀ ਗੱਦੀ ਦੇ ਕੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਸੌਂਪ ਜਾਂਦੇ ਹਨ। ਅੰਤਰਾਤਮਾ ਦੀ ਆਵਾਜ਼ ਵਿੱਚ ਆਖਦੇ ਹਨ ਕਿ ਲੈ ਬੇਟਾ, ਅਸੀਂ ਆਪਦੇ ਕਹੇ ਮੁਤਾਬਕ ਜ਼ਬਰ ਦੇ ਮੂੰਹ 'ਤੇ ਸਿਦਕ ਤਮਾਚਾ ਮਾਰ ਆਏ ਹਾਂ। ਹੁਣ ਇਸ ਕੌਮ ਅਤੇ ਦੇਸ਼ ਦੀ ਰਾਖੀ ਆਪ ਨੇ ਕਰਨੀ ਹੈ। ਉਸ ਸਮੇਂ 9 ਸਾਲ ਦੇ ਬਾਲਕ ਗੁਰੂ ਗੋਬਿੰਦ ਰਾਏ ਦੀ ਸਥਿਤੀ ਇੱਕ ਫਲੂਹੇ ਦੇ ਤੁਲ ਹੈ। ਹੱਕ, ਸੱਚ ਅਤੇ ਆਜ਼ਾਦੀ ਲਈ ਇੱਕ ਫਲੂਹੇ ਤੇ ਜ਼ੁਲਮ ਜ਼ਬਰ ਦੇ ਪਾਈ ਫਲੂਹੇ ਨੇ ਜ਼ੁਲਮ ਜ਼ਬਰ ਦੇ ਸਮੁੰਦਰ ਨਾਲ ਟੱਕਰ ਲੈਣ ਦੀ ਠਾਣ ਲਈ। ਇੱਕ ਚੰਗਾੜੇ ਨੇ ਸਾਗਰ 'ਤੇ ਕਿਵੇਂ ਵਿਜੇ ਪਾਈ ਅਤੇ ਪਵਾਈ, ਇਹ ਪੁਸਤਕ ਦਾ ਵਿਸ਼ਾ ਵਸਤੂ ਹੈ। ਪੁਸਤਕ ਵਿੱਚ ਬੈਂਤ ਛੰਦ ਦੀ ਵਰਤੋਂ ਕੀਤੀ ਗਈ ਹੈ। ਵਾਰ ਵਿੱਚ 2 ਧਾਰ ਛੰਦ ਦੀ ਵੀ ਪੜ੍ਹਨ ਲਈ ਮਿਲਣਗੇ। ਸ੍ਰੀ ਗੁਰੂ ਗੋਬਿੰਦ ਸਿੰਘ ਦੇ ਜੀਵਨ ਅਤੇ ਯੁੱਧ ਅੰਕਿਤ ਕੀਤੇ ਗਏ ਹਨ। ਬੰਦਾ ਸਿੰਘ ਬਹਾਦਰ ਜੀ ਦੇ ਕੀਤੇ ਕਾਰਨਾਮੇ ਅਤੇ ਯੁੱਧ ਹਨ। ਉਹਨਾਂ ਦੀ ਸ਼ਹੀਦੀ ਪਿੱਛੋਂ ਸਿੱਖ ਸੰਘਰਸ਼ ਹੈ ਜਿਸ ਵਿੱਚ ਛੋਟਾ ਅਤੇ ਵੱਡਾ ਸ਼ਾਹ ਜਵਾਨ ਦੇ ਹਮਲੇ ਹਨ। ਉਹਨਾਂ ਦੀ ਸ਼ਹੀਦੀ ਪਿੱਛੋਂ ਸਿੱਖ ਸੰਘਰਸ਼ ਹੈ ਜਿਸ ਵਿੱਚ ਛੋਟਾ ਅਤੇ ਵੱਡਾ ਘੱਲੂਘਾਰਾ, ਨਾਦਰ ਸ਼ਾਹ ਅਤੇ ਅਬਦਾਲੀ ਦੇ ਹਮਲੇ, ਸਿੱਖ ਮਿਸਲਾਂ, ਤੈਮੂਰ ਅਤੇ ਸ਼ਾਹਜਹਾਨ ਦੇ ਹਮਲੇ ਹਨ। ਇਸ ਪਿੱਛੋਂ ਮਹਾਰਾਜਾ ਰਣਜੀਤ ਸਿੰਘ ਦਾ ਵਿਲੱਖਣ ਰਾਜ ਕਾਇਮ ਕਰਨਾ ਅਤੇ ਚਲਾਉਣਾ ਹੈ। ਸਿੱਖ ਇਤਿਹਾਸ ਦੇ 164 ਸਾਲਾਂ ਦਾ ਵਰਣਨ ਹੈ ਜੋ 1839 ਈਸਵੀ ਤੱਕ ਜਾਂਦਾ ਹੈ। ਪਾਠਕਾਂ ਨੂੰ ਇੱਕ ਹੋਰ ਬੇਨਤੀ ਕਰ ਦੇਵਾਂ, ਇਸ ਪੁਸਤਕ ਵਿੱਚ ਜੋ ਸੰਗਰਾਮ ਹੋਏ ਹਨ ਉਹ ਹਿੰਦੂ, ਸਿੱਖਾਂ ਜਾਂ ਮੁਸਲਮਾਨਾਂ ਵਿੱਚ ਨਹੀਂ, ਇੱਕ ਧਰਮ ਦਾ ਦੂਜੇ ਨਾਲ ਨਹੀਂ, ਬਲਕਿ ਦੱਬੇ ਕੁਚਲੇ ਮਿਹਨਤਕਸ਼ ਅਤੇ ਲਾਚਾਰ ਲੋਕਾਂ ਦਾ ਦੁਸ਼ਟ ਅਤੇ ਜ਼ਾਲਮ ਅਫਸਰਸ਼ਾਹੀ ਅਤੇ ਹਾਕਮਾਂ ਦੇ ਨਾਲ ਹੈ। ਇਸਲਾਮ ਅਤੇ ਮੁਸਲਮਾਨ ਇੱਕ ਦਿਆਲੂ, ਤਰਸਵਾਨ, ਰੱਬ ਨੂੰ ਮੰਨਣ ਅਤੇ ਰੱਬ ਤੋਂ ਡਰਨ ਵਾਲੀ ਕੌਮ ਹੈ। ਮਿਹਨਤ ਮਜ਼ਦੂਰੀ ਕਰਨੀ, ਕਿਸੇ ਦਾ ਹੱਕ ਨਾ ਖਾਣਾ, ਕਿਸੇ ਤੋਂ ਵਿਆਜ ਨਾ ਲੈਣਾ, ਕਿਸੇ ਬੇਸਹਾਰਾ ਮਜਬੂਰ ਔਰਤ ਨੂੰ ਆਪਣੀ ਪਤਨੀ ਬਣਾ ਕੇ ਸਹਾਰਾ ਦੇਣਾ ਆਦਿ ਇਸ ਦੇ ਮਹਾਨ ਅਤੇ ਮੁੱਢਲੇ ਅਸੂਲ ਹਨ। ਪਰ ਇਸ ਮਹਾਨ ਕੌਮ ਵਿੱਚ ਪੈਦਾ ਹੋਏ ਕੱਟੜ ਅਤੇ ਮਜ਼ਹਬੀ ਲੋਕਾਂ ਨੇ ਹਾਕਮ, ਜਮਾਤ ਅਤੇ ਬਾਦਸ਼ਾਹ ਨੂੰ ਕੁਰਾਹੇ ਪਾ ਕੇ ਕਿਵੇਂ ਇਨਸਾਨੀਅਤ ਦਾ ਘਾਣ ਕਰਵਾਇਆ। ਮਿਹਨਤੀ ਅਤੇ ਹੋਰ ਧਰਮ ਦੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਕੇ ਅਤੇ ਕਰਵਾ ਕੇ ਕਿਵੇਂ ਵਧੀਕੀਆਂ ਕੀਤੀਆਂ। ਇਹਨਾਂ ਵਧੀਕੀਆਂ ਨੇ ਹੀ ਬਗਾਵਤਾਂ ਨੂੰ ਜਨਮ ਦਿੱਤਾ। ਸਦੀਆਂ ਤੋਂ ਖੂਨੀ ਜੰਗਾਂ ਹੁੰਦੀਆਂ ਰਹੀਆਂ ਜਿਸ ਕਰਕੇ ਜਨਤਾ ਨੇ ਬੜੇ ਦੁੱਖ ਭੋਗੇ। ਅਸੀਂ ਅਤੀਤ ਦੀਆਂ ਗਲਤੀਆਂ ਤੋਂ ਸਬਕ ਲੈ ਕੇ ਇਨਸਾਨੀਅਤ ਦੇ ਵਰਤਮਾਨ ਨੂੰ ਸਰਬ ਸਾਂਝਾ, ਸੁਖਮਈ ਅਤੇ ਬਿਹਤਰ ਕਰਨਾ ਹੈ। ਗੁਰੂ ਜੀਆਂ ਦੇ ਬਣਾਏ ਅਸੂਲਾਂ 'ਤੇ ਚੱਲ ਕੇ ਜਾਤਾਂ, ਧਰਮਾਂ, ਗੁੱਟਬੰਦੀਆਂ ਦੀ ਦਲਦਲ ਵਿੱਚੋਂ ਨਿਕਲ ਕੇ ਇੱਕ ਨਵੇਂ ਸਮਾਜ ਦੀ ਸਿਰਜਣਾ ਕਰਨੀ ਹੈ।
ਕੁਝ ਮੁਗਲਾਂ ਅਤੇ ਤੁਰਕ ਹਾਕਮਾਂ ਨੇ ਹਿੰਦੂਆਂ ਅਤੇ ਸਿੱਖਾਂ ਤੇ ਕਾਫਰ ਦਾ ਫਤਵਾ ਲਾ ਕੇ ਬੇਤਹਾਸ਼ਾ ਜ਼ੁਲਮ ਕੀਤੇ, ਜਿਵੇਂ ਬੱਚਿਆਂ ਨੂੰ ਨੀਆਂ ਭਾਵ ਕੰਧਾਂ ਵਿੱਚ ਚਿਣ ਕੇ ਤਸੀਹੇ ਦੇਣੇ, ਕਤਲ ਕਰਨੇ, ਤੱਤੀ ਤਵੀ ਤੇ ਤੱਤਾ ਰੇਤਾ ਪਾ ਕੇ ਤਸੀਹੇ ਦੇਣੇ, ਪਾਣੀ ਵਿੱਚ ਉਬਾਲ ਕੇ ਜਿਉਂਦਿਆਂ ਨੂੰ ਆਰੇ ਨਾਲ ਕੱਟ ਕੇ ਰੂੰ ਵਿੱਚ ਲਪੇਟ ਕੇ ਸਾੜ ਕੇ ਸ਼ਹੀਦ ਕਰਨੇ, ਨਵ ਵਿਆਹੀਆਂ ਦੇ ਡੋਲੇ ਧੱਕੇ ਨਾਲ ਖੋਹ ਕੇ ਲੈ ਜਾਣੇ, ਬੱਚੀਆਂ ਨਾਲ ਜ਼ਬਰ ਕਰਨਾ, ਬਿਨਾਂ ਕਸੂਰ ਤੋਂ ਸੀਸ ਕੱਟ ਦੇਣੇ ਆਦਿ। ਇਹ ਕਿੰਨੇ ਸ਼ਰਮਨਾਕ ਕਾਰੇ ਹਨ। ਇਹ ਕੌਮ ਤੇ ਇਹੋ ਜਿਹੇ ਧੱਬੇ ਹਨ ਜੋ ਰਹਿੰਦੀ ਦੁਨੀਆ ਤੀਕ ਧੋਤੇ ਨਹੀਂ ਜਾ ਸਕਦੇ। ਇਸ ਦੇ ਉਲਟ ਜਦ ਖਾਲਸੇ ਨੇ ਰਾਜ ਕਾਇਮ ਕਰ ਲਿਆ ਤਾਂ ਕਿਸੇ ਫਿਰਕੇ ਜਾਂ ਧਰਮ 'ਤੇ ਕੋਈ ਤਸ਼ੱਦਦ ਜਾਂ ਵਧੀਕੀ ਨਹੀਂ ਹੋਈ। ਸਭ ਨੂੰ ਇੱਕੋ ਜਿਹੇ ਹੱਕ ਅਤੇ ਸਹੂਲਤਾਂ ਮਿਲੀਆਂ। ਕਿਸੇ ਨੂੰ ਫਾਂਸੀ ਨਹੀਂ ਚਾੜਿਆ, ਕਿਸੇ ਨੂੰ ਕੰਧਾਂ ਵਿੱਚ ਨਹੀਂ ਚਿਣਿਆ, ਆਰੇ ਨਾਲ ਨਹੀਂ ਚੀਰਿਆ ਅਤੇ ਬਦਲਾਖੋਰ ਨੀਤੀ ਨਹੀਂ ਅਪਣਾਈ ਗਈ। ਸਾਂਝੀਵਾਲਤਾ ਦਾ ਵਾਤਾਵਰਨ ਪੈਦਾ ਕਰਨਾ ਇਸ ਪੁਸਤਕ ਦਾ ਉਦੇਸ਼ ਹੈ। ਭਾਰਤ ਦੀ ਪਹਿਲੀ ਆਜ਼ਾਦੀ ਕਿਵੇਂ ਅਤੇ ਕਿਹਨਾਂ ਨੇ ਲਈ, ਉਸ ਦਾ ਸੰਖੇਪ ਵਰਣਨ ਕੀਤਾ ਗਿਆ ਹੈ। 5-6 ਸਾਲਾਂ ਦੇ ਲੰਬੇ ਸਮੇਂ ਵਿੱਚ ਅਣਗਿਣਤ ਪੁਸਤਕਾਂ ਪੜ੍ਹ ਕੇ ਅਸੀਂ ਇਹ ਸੱਚ ਖੋਜਿਆ ਹੈ। ਉਸ ਸਮੇਂ ਦੇ ਸੂਰਬੀਰ ਇਤਿਹਾਸ ਬਣਾਈ ਤਾਂ ਗਏ, ਪਰ ਉਹਨਾਂ ਨੇ ਲਿਖਿਆ ਨਾ। ਜਿਨ੍ਹਾਂ ਨੇ ਲਿਖਿਆ ਉਹਨਾਂ ਨੇ ਕਈ ਥਾਂ 'ਤੇ ਨਿਰਪੱਖਤਾ ਨਹੀਂ ਦਿਖਾਈ। ਇਸ ਕਰਕੇ ਕਿੰਨੀਆਂ ਹੀ ਪੁਸਤਕਾਂ ਅਤੇ ਘਟਨਾਵਾਂ ਆਪਸ ਵਿੱਚ ਮੇਲ ਨਹੀਂ ਖਾਂਦੀਆਂ। ਅਸਲੀਅਤ ਲੱਭਣ ਲਈ ਬੜੀ ਮੁਸ਼ਕਲ ਆਉਂਦੀ ਹੈ। ਪਾਠਕਾਂ ਅਤੇ ਖੋਜੀਆਂ ਵਿੱਚ ਤਕਰਾਰ ਪੈਦਾ ਹੁੰਦਾ ਹੈ। ਸਾਨੂੰ ਵੀ ਇਸ ਮੁਸ਼ਕਲ ਵਿੱਚੋਂ ਗੁਜ਼ਰਨਾ ਪਿਆ ਹੈ। ਮੁਸਲਮਾਨ, ਹਿੰਦੂ, ਸਿੱਖ ਅਤੇ ਅੰਗਰੇਜ਼ ਲਿਖਾਰੀਆਂ ਦੀਆਂ ਵੱਧ ਤੋਂ ਵੱਧ ਰਚਨਾਵਾਂ ਪੜ੍ਹੀਆਂ ਹਨ। ਜਿਨ੍ਹਾਂ ਵਿੱਚ ਬਹੁਤਿਆਂ ਦੀ ਸਹਿਮਤੀ ਮਿਲੀ, ਉਸ ਨੂੰ ਹੀ ਲਿਆ ਗਿਆ ਹੈ। ਮੈਂ ਧੰਨਵਾਦੀ ਹਾਂ ਉਹਨਾਂ ਲਿਖਾਰੀਆਂ ਅਤੇ ਖੋਜੀਆਂ ਦਾ ਜਿਨ੍ਹਾਂ ਦੀਆਂ ਲਿਖਤਾਂ ਭਾਵ ਪੁਸਤਕਾਂ ਤੋਂ ਮੈਂ ਸਹਾਇਤਾ ਲਈ ਹੈ। ਇਹਨਾਂ ਪੁਸਤਕਾਂ ਦੀ ਸੂਚੀ ਧੰਨਵਾਦ ਸਹਿਤ ਪਿਛਲੇ ਪੰਨਿਆਂ 'ਤੇ ਦਰਜ ਕੀਤੀ ਗਈ ਹੈ। ਹਰ ਘਟਨਾ ਜਾਂ ਜੰਗ ਦਾ ਫੁੱਟ ਨੋਟ ਮੈਂ ਹਰ ਪੰਨੇ 'ਤੇ ਨਹੀਂ ਦਿੱਤਾ। ਇਸ ਤਰ੍ਹਾਂ ਕਰਨ ਨਾਲ ਕਵਿਤਾ ਦਾ ਵੇਗ ਟੁੱਟ ਜਾਂਦਾ ਹੈ ਅਤੇ ਪਾਠਕ ਦੀ ਬਿਰਤੀ ਉਖੜ ਜਾਂਦੀ ਹੈ। ਵਾਰਤਕ ਦੀ ਪੁਸਤਕ ਵਿੱਚ ਇਹ ਸਹਿਜ ਹੋ ਜਾਂਦਾ ਹੈ। ਮਾਣਯੋਗ ਲਿਖਾਰੀਆਂ ਨੇ ਅਤੇ ਇਤਿਹਾਸਕਾਰਾਂ ਨੇ ਇੰਜ ਕੀਤਾ ਵੀ ਹੈ ਜੋ ਸਲਾਹੁਣਯੋਗ ਹੈ, ਪਰ ਪਾਠਕਾਂ ਦੀ ਰਵਾਨਗੀ ਨੂੰ ਸੁਰ ਵਿੱਚ ਰੱਖਣ ਲਈ ਅਸਾਂ ਇਸ ਤਰ੍ਹਾਂ ਨਹੀਂ ਕੀਤਾ। ਅਗਰ ਕਿਤੇ ਕਿਸੇ ਪਾਠਕ ਨੂੰ ਇਸ ਦੀ ਅਤਿ ਲੋੜ ਪਵੇ ਤਾਂ ਉਹ ਦਿੱਤੀ ਪੁਸਤਕ ਸੂਚੀ ਵਿੱਚੋਂ ਆਪ ਖੋਜ ਸਕਦਾ ਹੈ। ਪੁਸਤਕਾਂ ਸਾਰੀ ਦੁਨੀਆ ਦਾ ਅਤੇ ਸਦੀਆਂ ਦਾ ਸਫ਼ਰ ਕਰਦੀਆਂ ਹਨ, ਪਰ ਲੇਖਕ ਲਈ ਇਹ ਸੰਭਵ ਨਹੀਂ ਹੈ। ਮੈਂ ਧੰਨਵਾਦੀ ਹਾਂ ਉਹਨਾਂ ਮਿੱਤਰਾਂ ਅਤੇ ਸਨੇਹੀਆਂ ਦਾ ਜਿਨ੍ਹਾਂ ਨੇ ਪੁਰਾਤਨ ਇਤਿਹਾਸਕ ਪੁਸਤਕਾਂ ਆਪਣੇ ਕੋਲੋਂ ਖਰੀਦ ਕੇ ਕੋਰੀਅਰ ਰਾਹੀਂ ਮੇਰੇ ਤਾਈਂ ਪਹੁੰਚਾਈਆਂ, ਜਿਨ੍ਹਾਂ ਦੀ ਮਦਦ ਨਾਲ ਦਾਸ ਇਹ ਮਹਾਂਕਾਵਿ ਤਿਆਰ ਕਰਨ ਵਿੱਚ ਸਫਲ ਹੋਇਆ ਹੈ। ਜਿਨ੍ਹਾਂ ਵਿੱਚ ਖਾਸ ਨਾਮ ਹਨ ਸਰਦਾਰ ਰਜਿੰਦਰ ਸਿੰਘ ਪੰਧੇਰ ਕੈਨੇਡਾ, ਸਰਦਾਰ ਸੁਖਦੇਵ ਸਿੰਘ ਔਲਖ USA ਅਤੇ ਪ੍ਰਿੰਸੀਪਲ ਲਛਮਣ ਸਿੰਘ ਜਲਵਾਨਾ ਭਾਰਤ। ਧੰਨਵਾਦੀ ਹਾਂ ਉਹਨਾਂ ਬੁੱਧੀਜੀਵੀਆਂ, ਲਿਖਾਰੀਆਂ, ਵਿਦਵਾਨਾਂ, ਗੁਣੀ ਗਿਆਨੀਆਂ ਅਤੇ ਸੁਧਾਰਕਾਂ ਦਾ ਜਿਨ੍ਹਾਂ ਨੇ ਸਮੇਂ-ਸਮੇਂ ਮੇਰਾ ਧਿਆਨ ਉਹਨਾਂ ਸ਼ਬਦਾਂ ਵੱਲ ਕਰਵਾਇਆ ਜਿਨ੍ਹਾਂ ਤੇ ਕਿਸੇ ਪਾਠਕ ਨੂੰ ਇਤਰਾਜ਼ ਹੋ ਸਕਦਾ ਸੀ। ਇਸ ਤਰ੍ਹਾਂ ਸਭ ਦੀਆਂ ਭਾਵਨਾਵਾਂ ਦਾ ਪੂਰਾ ਖਿਆਲ ਰੱਖਿਆ ਗਿਆ ਹੈ। ਜਿਨ੍ਹਾਂ ਵਿੱਚ ਹਨ ਡਾਕਟਰ ਭਗਵੰਤ ਸਿੰਘ, ਮੁੱਖ ਸੰਪਾਦਕ ਜਾਗੋ ਇੰਟਰਨੈਸ਼ਨਲ ਪਟਿਆਲਾ, ਡਾਕਟਰ ਰਮਿੰਦਰ ਕੌਰ ਭਾਰਤ, ਮੋਹਨ ਗਿੱਲ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਕੈਨੇਡਾ, ਪ੍ਰੋਫੈਸਰ ਹਰਜਿੰਦਰ ਸਿੰਘ ਵਾਲੀਆ ਪਟਿਆਲਾ, ਸਰਦਾਰ ਹਰਪ੍ਰੀਤ ਸਿੰਘ ਸੰਧੂ ਐਡਮਿੰਟਨ ਕੈਨੇਡਾ ਅਤੇ ਪ੍ਰੋਫੈਸਰ ਬਲਵਿੰਦਰ ਕੌਰ ਬਰਾੜ ਪੰਜਾਬੀ ਯੂਨੀਵਰਸਿਟੀ ਪਟਿਆਲਾ। ਮੇਰੀ ਧਰਮ ਪਤਨੀ ਪਰਮਿੰਦਰ ਕੌਰ ਅਤੇ ਮੇਰੇ ਤਿੰਨੇ ਪੜ੍ਹੇ ਲਿਖੇ ਬੱਚਿਆਂ ਦਾ ਧੰਨਵਾਦ ਵੀ ਕਰਨਾ ਬਣਦਾ ਹੈ ਜਿਨ੍ਹਾਂ ਨੇ ਮੈਨੂੰ 5 ਸਾਲ ਪਹਿਲਾਂ ਭਾਵ 60 ਸਾਲ ਦੀ ਉਮਰ ਪੂਰੀ ਹੋਣ 'ਤੇ ਸੇਵਾ ਮੁਕਤ ਹੋਣ ਦੀ ਸਲਾਹ ਦਿੱਤੀ ਅਤੇ ਇਹ 5 ਸਾਲ ਇਸ ਪੁਸਤਕ ਦੀ ਰਚਨਾ 'ਤੇ ਲਾ ਕੇ ਸਮਾਂ ਸਫਲ ਕੀਤਾ। ਧੰਨਵਾਦੀ ਹਾਂ ਸਾਡੇ ਮਿੱਤਰ ਗੁਰਦੀਪ ਸਿੰਘ ਮੁੰਡੀ ਅਤੇ ਬੀਬੀ ਅਮਰਜੀਤ ਕੌਰ ਮੁੰਡੀ ਪਿੰਡ ਕੱਦੋਂ, ਜਿਨ੍ਹਾਂ ਨੇ ਸੂਰਬੀਰਾਂ ਅਤੇ ਗੁਰੂ ਸਾਹਿਬਾਨਾਂ ਦੇ ਇਸ ਮਹਾਂਕਾਵਿ ਨੂੰ ਨੇਪਰੇ ਚਾੜ੍ਹਨ ਲਈ ਵਡਮੁੱਲਾ ਸਹਿਯੋਗ ਦਿੱਤਾ। ਇਸ ਲੰਬੇ ਮਹਾਂਕਾਵਿ ਵਿੱਚ ਅਤਿਅੰਤ ਸਾਵਧਾਨੀ ਤੋਂ ਕੰਮ ਲਿਆ ਗਿਆ ਹੈ। ਅਗਰ ਗਲਤੀ ਨਾਲ ਅਣਜਾਣੇ ਵਿੱਚ ਕਿਸੇ ਦੀ ਭਾਵਨਾ ਨੂੰ ਕੋਈ ਠੇਸ ਲੱਗੇ ਤਾਂ ਮੈਂ ਆਪ ਤੋਂ ਪਹਿਲਾਂ ਹੀ ਮਾफ़ੀ ਮੰਗਦਾ ਹਾਂ। ਮੈਨੂੰ ਆਸ ਹੈ ਕਿ ਮੇਰੇ ਸੂਝਵਾਨ ਅਤੇ ਦਿਆਲੂ ਪਾਠਕ ਮੈਨੂੰ ਮਾफ़ ਕਰ ਦੇਣਗੇ।
ਮੇਰੀਆਂ ਗਲਤੀਆਂ ਅਤੇ ਤਰੁੱਟੀਆਂ ਨੂੰ ਭੁਲਾ ਕੇ ਮੇਰੇ ਕੀਤੇ ਇਸ ਯਤਨ ਨੂੰ ਸਵੀਕਾਰ ਕਰਕੇ ਇਸ ਨੂੰ ਪਿਆਰ ਅਤੇ ਇਸ ਦਾ ਪਸਾਰ ਕਰਨਗੇ। ਮੈਂ ਉਹਨਾਂ ਸਾਰੇ ਕਿਰਪਾਲੂਆਂ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਪੁਸਤਕ ਨੂੰ ਨੇਪਰੇ ਚਾੜ੍ਹਨ ਵਿੱਚ ਮੇਰੀ ਮਦਦ ਕੀਤੀ, ਖਾਸ ਕਰ ਮੇਰੀ ਪਤਨੀ ਪਰਮਿੰਦਰ ਕੌਰ ਦਾ, ਜਿਸ ਦੀ ਹਿੰਮਤ, ਦਲੇਰੀ ਅਤੇ ਸੇਵਾ ਸੰਭਾਲ ਤੋਂ ਬਿਨਾਂ ਇਹ ਕਾਰਜ ਸਿਰੇ ਨਹੀਂ ਸੀ ਚੜ੍ਹ ਸਕਦਾ। ਸਤਿਗੁਰੂ ਜੀ ਸਾਰਿਆਂ ਦੀ ਸੇਵਾ ਮਨਜ਼ੂਰ ਕਰਨ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਹਰਚੰਦ ਸਿੰਘ ਬਾਗੜੀ, ਵੈਨਕੂਵਰ, BC, ਕੈਨੇਡਾ। ਧੰਨਵਾਦ ਸਹਿਤ ਸਹਾਇਕ ਪੁਸਤਕਾਂ ਦੀ ਸੂਚੀ। ਨੰਬਰ 1, ਤਵਾਰੀਖ ਗੁਰੂ ਖਾਲਸਾ, ਗਿਆਨੀ ਗਿਆਨ ਸਿੰਘ ਜੀ। ਪੰਥ ਪ੍ਰਕਾਸ਼, ਗਿਆਨੀ ਗਿਆਨ ਸਿੰਘ ਜੀ। ਰਾਜ ਖਾਲਸਾ, ਗਿਆਨੀ ਗਿਆਨ ਸਿੰਘ ਜੀ। ਸੂਰਜ ਪ੍ਰਕਾਸ਼, ਭਾਈ ਸੰਤੋਖ ਸਿੰਘ ਜੀ। ਪ੍ਰਾਚੀਨ ਪੰਥ ਪ੍ਰਕਾਸ਼, ਭਾਈ ਰਤਨ ਸਿੰਘ ਭੰਗੂ। ਅਮਰ ਖਾਲਸਾ, ਕਰਮ ਸਿੰਘ ਹਿਸਟੋਰੀਅਨ। ਬੰਦਾ ਬਹਾਦਰ, ਕਰਮ ਸਿੰਘ ਹਿਸਟੋਰੀਅਨ। ਮਹਾਰਾਜਾ ਰਣਜੀਤ ਸਿੰਘ, ਬਾਬਾ ਪ੍ਰੇਮ ਸਿੰਘ ਹੋਤੀ। ਸਿੱਖ ਇਤਿਹਾਸ, ਡਾਕਟਰ ਗੰਡਾ ਸਿੰਘ ਜੀ। ਸਿੱਖ ਰਾਜ ਕਿਵੇਂ ਗਿਆ, ਗਿਆਨੀ ਸੋਹਣ ਸਿੰਘ ਸੀਤਲ। ਬੰਦਾ ਸਿੰਘ ਸ਼ਹੀਦ, ਗਿਆਨੀ ਸੋਹਣ ਸਿੰਘ ਸੀਤਲ। ਸਾਹਿਬੇ ਕਮਾਲ, ਗੁਰੂ ਗੋਬਿੰਦ ਸਿੰਘ ਦੌਲਤ ਰਾਮ। ਰਣਜੀਤ ਸਿੰਘ, ਮਹਾਰਾਜਾ ਆਫ ਦਾ ਪੰਜਾਬ, ਖੁਸ਼ਵੰਤ ਸਿੰਘ। ਤਵਾਰੀਖੇ ਪੰਜਾਬ, ਰਾਏ ਬਹਾਦਰ ਕਨ੍ਹਈਆ ਲਾਲ। ਏ ਜਰਨੀ ਫਰਾਮ ਬੰਗਾਲ ਟੂ ਇੰਗਲੈਂਡ, ਜਾਰਜ ਫੋਰਸਟਰ। ਏ ਹਿਸਟਰੀ ਆਫ ਦਾ ਸਿੱਖਜ਼, JD ਕਨਿੰਗਮ, 1848। ਏ ਹਿਸਟਰੀ ਆਫ ਸਿੱਖਜ਼ ਇਨ ਦਾ ਪੰਜਾਬ, ਹੈਨਰੀ ਕੋਰਟ। ਹਿਸਟਰੀ ਆਫ ਦਾ ਪੰਜਾਬ, ਕਿਰਪਾਲ ਸਿੰਘ ਨਾਰੰਗ। ਬਾਬਾ ਬੰਦਾ ਬਹਾਦਰ, ਗਿਆਨੀ ਕਰਤਾਰ ਸਿੰਘ ਕਲਾਸਵਾਲੀਆ। ਜ਼ਫਰਨਾਮਾ ਸਟੀਕ, ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ।